अस्सलाम वालेकुम। ਜਦੋਂ ਅਸੀਂ ਕਿਸੇ ਗੱਲ ਦੀ ਰਿਸਰਚ ਕਰਨੇ ਆ ਨਾ ਜਾਂ ਕਿਸੇ ਕੰਮ ਕਰਨੇ ਆ ਤੇ ਸਭ ਤੋਂ ਪਹਿਲੇ ਅਸੀਂ ਇਹ ਕਰਨੇ ਆ ਕਿ ਉਹਦਾ ਮਤਲਬ, ਉਹਦੀ ਤਾਰੀਫ, ਉਹਦੀ ਡੈਫੀਨੇਸ਼ਨ ਲੋਕਾਂ ਨੂੰ ਦੱਸੀ ਜਾਏ ਤਾਂ ਕਿ ਜਿਹੜੀ ਅਸੀਂ ਗੱਲ ਕਰ ਰਹੇ ਨਾ ਉਹ ਲੋਕਾਂ ਨੂੰ ਸਮਝ ਆ ਸਕੇ ਕਿ ਇਹਦਾ ਕੀ ਮਤਲਬ ਹੈ ਤੇ ਅਸੀਂ ਕੀ ਕਹਿਣਾ ਚਾਹ ਰਹੇ ਹਾਂ। ਅੱਜ ਔਰਤਾਂ ਦੇ ਜਗਤ ਦਿਹਾੜ ਤੇ ਮੈਂ ਸੋਚਿਆ ਕਿ ਕੁਝ ਇਹ ਜਿਹੜੇ 8 ਮਾਰਚ ਕਰੀਬ ਆਉਣ ਵਾਲੀ ਹੋਵੇ ਨਾ ਤੇ ਜ਼ਮੀਨ ਚੋਂ ਬਾਰਿਸ਼ ਦੇ ਬਾਅਦ ਗੰਡੋਇਆ ਵਾਂਗਰ ਗੰਡੋਏ ਵਾਲੇ ਭਾਈ ਬਾਹਰ ਨਿਕਲ ਆਉਂਦੇ ਨੇ ਨਾ, ਜਿਹਦਾ ਕੰਮ ਸਿਰਫ ਇਹਦੋਂ ਔਰਤ ਮਾਰਚ ਨੂੰ 8 ਔਰਤ ਦੇ ਬਾਰੇ 'ਚ ਕੋਈ ਗੱਲ ਨੂੰ ਵੀ ਗਾਲਾਂ ਕੱਢਣਾ ਹੁੰਦਾ ਹੈ, ਉਹਨਾਂ ਨੂੰ ਕੁਝ ਗੱਲਾਂ ਸਮਝਾਈ ਜਾ ਸਕਣ। ਸਭ ਤੋਂ ਪਹਿਲੇ ਬੱਚਾ 18 ਵਰ੍ਹਿਆਂ ਤੋਂ ਘੱਟ ਉਮਰ ਦੀ ਕੁੜੀ ਜਾਂ ਮੁੰਡੇ ਨੂੰ ਬੱਚਾ ਕਹੀਦਾ ਹੈ। ਔਰਤ ਇੱਕ ਇਨਸਾਨ ਜਿਹਦੀ ਜਿਸਮਾਨੀ ਸਾਖਤ ਮਰਦ ਤੋਂ ਅਲੱਗਾ ਹੁੰਦੀ ਹੈ, ਇਸ ਵਜ੍ਹਾ ਤੋਂ ਉਹਨੂੰ ਔਰਤ ਕਹੀਦਾ ਹੈ। ਜਿਸਮ ਗੋਸ਼ਤ ਪੋਸਤ ਦਾ ਪਿੰਡਾ, ਗੋਸ਼ਤ ਪੋਸਤ ਦਾ ਪਿੰਡਾ। ਜਿਸਮ ਦਾ ਮਤਲਬ ਸੈਕਸ ਨਹੀਂ, ਜਿਸਮ ਦਾ ਮਤਲਬ ਉਹ ਪਿੰਡਾ ਹੈ ਔਰ ਉਹਦੀ ਜਿਸਮਾਨੀ ਸਾਖਤ ਹੈ ਜਿਹੜੀ ਦੱਸਦੀ ਹੈ ਕਿ ਇਹ ਮਰਦ ਹੈ, ਇਹ ਔਰਤ ਹੈ। ਹੱਕ ਹਰ ਮੁਲਕ 'ਚ ਰਹਿਣ ਵਾਲੇ ਬੰਦਿਆਂ ਨੂੰ ਉਸ ਮੁਲਕ ਦਾ ਕਾਨੂੰਨ ਔਰ ਆਇਨ ਕੁਛ ਹੱਕ ਦਿੰਦਾ ਹੈ। ਸਾਡੇ ਮੁਲਕ 'ਚ ਮਜ਼ਹਬ ਵੀ ਸਾਨੂੰ ਕੁਛ ਹੱਕ ਦਿੰਦਾ ਹੈ। ਆਇਨ ਔਰ ਕਾਨੂੰਨ ਦੀਆਂ ਕਿਤਾਬਾਂ ਔਰ ਕੁਰਾਨ ਔਰ ਸੁਨਨਤ ਉਸ ਹੱਕ ਨੂੰ ਲੈਣ ਦਾ ਤਰੀਕਾ ਦੱਸਦੇ ਨੇ ਔਰ ਜੋ ਕੋਈ ਵੀ ਜਾਣ ਬੂਝ ਕਰ ਕਿਸੇ ਵੀ ਮਰਦ ਜਾਂ ਔਰਤ ਨੂੰ ਉਹਦੇ ਹੱਕ ਤੋਂ ਮਹਿਰੂਮ ਰੱਖਦਾ ਹੈ ਉਹ ਮੁਜਰਮ ਹੁੰਦਾ ਹੈ। ਠੀਕ ਹੈ। ਹੁਣ ਗੰਡੋਏ ਵਾਲੇ ਭਾਈਓ ਦੂਜੀ ਗੱਲ ਵੀ ਸੁਣ ਲਓ। ਸਾਡੇ ਮੁਲਕ ਦੀ 225 ਕਰੋੜ ਦੀ ਆਬਾਦੀ ਹੋ ਗਈ ਜੇ, ਜਿਨ੍ਹਾਂ ਚੋਂ ਅੱਧੀਆਂ ਕੁੜੀਆਂ ਜਾਂ ਜ਼ਨਾਨੀਆਂ ਨੇ। ਹਕੂਮਤ ਪਾਕਿਸਤਾਨ ਹਰ ਸਾਲ ਸਰਵੇ ਕਰਾਉਂਦੀ ਹੈ ਇੱਕ, ਜਿਹਦਾ ਨਾਂ ਹੈ ਪਾਕਿਸਤਾਨ ਦੀ ਆਬਾਦੀ ਔਰ ਸਿਹਤ ਦਾ ਸਰਵੇ, ਪਾਕਿਸਤਾਨ ਡੈਮੋਗ੍ਰਾਫੀ ਐਂਡ ਹੈਲਥ ਸਰਵੇ। ਉਹ ਸਰਵੇ ਸਾਨੂੰ ਦੱਸਦਾ ਹੈ ਕਿ ਪਾਕਿਸਤਾਨ 'ਚ 18% ਕੁੜੀਆਂ ਦਾ ਵਿਆਹ 18 ਵਰ੍ਹਿਆਂ ਤੋਂ ਘੱਟ ਉਮਰ 'ਚ ਹੋ ਜਾਂਦਾ ਹੈ, ਜਿਹਦੇ 'ਚੋਂ 7% ਮਾਂ ਬਣ ਜਾਂਦੀਆਂ ਹਨ ਅਤੇ 12% ਬੱਚਾ ਜੰਮਣ ਦੇ ਵਿੱਚ ਜਾਂ ਛਿਲੇ ਦੇ ਵਿੱਚ ਮਰ ਜਾਂਦੀਆਂ ਨੇ। 15 ਤੋਂ 49 ਸਾਲ ਦੀ ਵਿਆਹੀਆਂ ਹੋਈਆਂ ਔਰਤਾਂ, ਕੁੜੀਆਂ, ਜ਼ਨਾਨੀਆਂ ਨੇ ਇਸ ਸਰਵੇ ਕਰਨ ਵਾਲੇ ਲੋਕਾਂ ਨੂੰ ਦੱਸਿਆ ਕਿ 28% ਸਾਡੇ 'ਚੋਂ 15 ਸਾਲ ਦੀ ਉਮਰ ਤੋਂ ਕੁੱਟ ਖਾਂਦੀਆਂ ਨੇ ਆਪਣੇ ਖਸਮਾਂ ਕੋਲੋਂ। ਗੁੱਜੀ ਮਾਰ, ਨੀਲ, ਕੱਟ, ਹੱਡੀ ਪਸਲੀ ਸਭ ਸ਼ਾਮਲ ਹੈ ਔਰ ਇਸ ਬਾਰੇ 'ਚ ਉਹ ਕਿਸੇ ਨੂੰ ਨਹੀਂ ਦੱਸਦੀਆਂ। ਕਿਉਂ ਨਹੀਂ ਦੱਸਦੀਆਂ? ਉਹ ਯਾਦ ਨਹੀਂ ਤੁਸੀਂ, ਅਸੀਂ ਉਹਨਾਂ ਨੂੰ ਵਿਆਹ ਜਦੋਂ ਕਰਨੇ ਆ ਤੇ ਨਾਲ ਆਉਂਦੇ ਹਾਂ, ਹੁਣ ਤੇਰੀ ਲਾਸ਼ ਵਾਪਸ ਆਏ, ਜੋ ਹੋਵੇ ਤੇਰਾ ਸਹੁਰਾ ਹੈ ਸਾਨੂੰ ਨਾ ਦੱਸੀ, ਉੱਧਰ ਰੱਖੀ, ਉੱਥੇ ਹੀ ਕਰੀ। ਸਾਡੇ ਮੁਲਕ 'ਚ ਤਕਰੀਬਨ 11 ਰੇਪ ਕੇਸ ਰੋਜ਼ ਰਿਪੋਰਟ ਹੁੰਦੇ ਨੇ। ਇਹ ਬਾਕੀ ਕੁੜੀਆਂ ਤੇ ਆਵਾਜ਼ਾਂ ਮੂਜ਼ਾ ਕੱਸਣਾ, ਛੇੜਨਾ ਛੋੜਨਾ, ਇਹਦਾ ਕੋਈ ਹਿਸਾਬ ਨਹੀਂ, ਮੌਜ ਕਰੋ। 22 ਕਰੋੜ ਬੱਚੇ ਨੇ ਜਿਹੜੇ ਸਕੂਲ ਨਹੀਂ ਜਾਂਦੇ, ਜਿਸ 'ਚੋਂ ਅੱਧੀਆਂ ਕੁੜੀਆਂ ਨੇ। ਕੁੜੀਆਂ ਦੀ ਸਿਹਤ ਦੇ ਖਾਸ ਮਸਲੇ ਹੁੰਦੇ ਨੇ ਜਿਹੜੇ ਉਹਨਾਂ ਦੀ ਜ਼ਿੰਦਗੀ ਵਿੱਚ ਉਹਨਾਂ ਨੂੰ ਦਿਨ ਆਉਣ ਤੋਂ ਸ਼ੁਰੂ ਲੈ ਕੇ ਉਹਨਾਂ ਦਾ ਬੱਚਾ ਪੈਦਾ ਕਰਨੇ ਦੇ ਵਕਤ ਤੱਕ ਸ਼ਾਮਿਲ ਰਹਿੰਦੇ ਨੇ ਔਰ ਉਹਦੇ ਬਾਅਦ ਵੀ ਸ਼ਾਮਿਲ ਰਹਿੰਦੇ ਨੇ। ਇਹਨਾਂ ਮਸਲਿਆਂ 'ਤੇ ਕੋਈ ਤਵੱਜੋ ਨਹੀਂ ਹੁੰਦੀ, ਅਕਸਰ ਔਕਾਤ ਨੂੰ ਡਾਕਟਰ ਵੀ ਨਹੀਂ ਮਿਲਦਾ। ਤੰਗ ਪੈ ਗਏ ਹੋ ਨਾ? ਇਹ ਗੰਡੋਏ ਵਾਲੇ ਭਾਈਆਂ ਨੇ ਹੁਣ ਆਉਣਾ, ਇਹ ਸਾਨੂੰ ਕਹਾਣੀ ਕਿਉਂ ਦੱਸ ਰਹੀਆਂ? ਭਾਵੇਂ ਨਾ ਕਹਾਣੀ ਤੁਹਾਨੂੰ ਇਹ ਦੱਸ ਰਹੀ ਹੈ ਕਿ ਜਦੋਂ ਔਰਤਾਂ ਆਵਾਜ਼ ਉਠਾਉਂਦੀਆਂ ਨੇ, ਆਪਣੀ ਸਿਹਤ ਤਾਲੀਮ ਬਾਰੇ ਗੱਲਾਂ ਕਰਦੀਆਂ ਨੇ ਤੇ ਉਹ ਗੱਲਾਂ ਹਵਾ 'ਚੋਂ ਨਹੀਂ ਆਉਂਦੀਆਂ। ਇਹ ਹਕੂਮਤ ਦੇ ਨੰਬਰ ਇਕੱਠੇ ਕਰਦੀ ਹੈ। ਜੇ ਹਕੂਮਤ ਇਹ ਜ਼ਰੂਰੀ ਨਾ ਹੋਵੇ ਤੇ ਹਕੂਮਤ ਇਹ ਸਰਵੇ ਕਿਉਂ ਕਰਾਏ? ਹਕੂਮਤ ਦੇ ਨੰਬਰ ਕਿਉਂ ਇਕੱਠੇ ਕਰੇ? ਕਿਉਂ ਕਰਦੀ ਹੈ? ਇਸ ਲਈ ਕਰਦੀ ਹੈ ਕਿ ਕੋਈ ਉਪਾਅ ਕਰ ਸਕੇ। ਕੁਝ ਉਪਾਅ ਉਹ ਕਰੇਗੀ, ਮਗਰ ਜਿਹੜਾ ਅਸੀਂ ਆਪਣੇ ਦਿਮਾਗ ਨੂੰ ਬਦਲਣੇ ਦਾ ਉਪਾਅ ਹੈ ਉਹ ਸਾਡੇ ਦਿਮਾਗ 'ਚ ਚਿੱਪਾਂ ਤੇ ਹਕੂਮਤ ਨੇ ਨਹੀਂ ਲਾ ਦੇਣੀਆਂ। ਉਹ ਤੇ ਸਾਨੂੰ ਆਪ ਕਰਨਾ ਪਏਗਾ ਨਾ। ਨਹੀਂ, ਇਹ ਮੈਂ ਕੋਈ ਗਲਤ ਗੱਲ ਕਰ ਰਹੀ ਹਾਂ। ਤੇ ਫਿਰ ਇੱਕ ਗੱਲ ਹੋਰ ਦੱਸੋ, ਇਹ ਜਿਹੜਾ 18 ਸਾਲ ਦਾ ਬੱਚਾ ਹੁੰਦਾ ਹੈ, ਇਹਨੂੰ ਤੁਸੀਂ ਸ਼ਨਾਖਤੀ ਕਾਰਡ ਬਣਦਾ ਨਹੀਂ, ਵੋਟ ਪਾਉਣ ਨਹੀਂ ਦਿੰਦੇ, ਗੱਡੀ ਚਲਾਉਣ ਨਹੀਂ ਦਿੰਦੇ, ਮਗਰ ਵਿਆਹ ਦਿਓ। ਉਸ ਤੋਂ ਘੱਟ ਉਮਰ ਦੀ ਕੁੜੀ ਮਾਂ ਬਣ ਜਾਏ ਕੋਈ ਮਸਲਾ ਨਹੀਂ,
ਭਾਵੇਂ ਉਸ ਜੰਮਣ 'ਚ ਮਰ ਜਾਵੇ, ਉਹਦੇ ਜਿਸਮ ਦੇ ਲੀਰੋ ਲੀਰ ਹੋ ਜਾਣ, ਉਹ ਵੀ ਕੋਈ ਮਸਲਾ ਨਹੀਂ। ਗੁੰਡੇ ਵਾਲੇ ਭਾਈਆਂ ਦਾ ਮੈਨੂੰ ਪਤਾ ਉਹਨਾਂ ਮੈਨੂੰ ਕੀ ਆਖਣਾ, ਉਹਨੇ ਕਹਿੰਦਾ ਸਾਡੀ ਮਾਂ ਭੈਣਾਂ ਇਹੀ ਕਰਦੀਆਂ ਰਹੀਆਂ, ਚੰਗੀਆਂ ਭਲੀਆਂ, ਤੁਹਾਨੂੰ ਕੀ, ਉਹਨਾਂ ਦੀ ਮਰਜ਼ੀ ਦੇ ਨਾਲ ਹੁੰਦਾ। ਤੇ ਸਵਾਲ ਮੈਂ ਇਹ ਪੁੱਛਣਾ ਸੀ ਕਿ ਉਹ ਜਦੋਂ ਤੁਸੀਂ ਬਾਹਰ ਕੋਈ ਬਗੈਰਤੀ ਕਰਕੇ ਆਓ, ਕਤਲ ਕਰਕੇ ਆਓ ਜਾਂ ਕੋਈ ਫੱਡਾ ਕਰਕੇ ਆਓ, ਤੇ ਉਹਦੇ ਬਦਲੇ 'ਚ ਤੁਸੀਂ ਆਪਣੀ ਇੱਕ ਦਿਨ ਦੀ ਕੁੜੀ ਜਾਂ ਜਿਹੜੀ ਕੁੜੀ ਜੰਮੀ ਨਾ ਹੋਵੇ ਜਾਂ ਕਿਸੇ ਦੀ ਉਮਰ ਦੀ ਵੀ ਕੁੜੀ ਦੇ ਦਿੰਦੇ ਹੋ, ਤੇ ਇਹਦੇ 'ਚ ਉਹਦੀ ਮਰਜ਼ੀ ਸ਼ਾਮਿਲ ਹੁੰਦੀ ਹੈ। ਜਦੋਂ ਇੱਕ 13 ਤੋਂ 15 ਵਰ੍ਹਿਆਂ ਦੀ ਕੁੜੀ ਜਾਂ 18 ਵਰ੍ਹਿਆਂ ਤੋਂ ਘੱਟ ਉਮਰ ਦੀ ਕੁੜੀ ਦਾ ਤੁਸੀਂ ਵਿਆਹ ਕਰ ਦਿੰਦੇ ਹੋ ਉਸ ਤੋਂ ਦੁੱਗਣੇ ਉਮਰ ਦੇ ਬੰਦੇ ਦੇ ਨਾਲ, ਇਸ 'ਚ ਉਹਦੀ ਮਰਜ਼ੀ ਸ਼ਾਮਿਲ ਹੁੰਦੀ ਹੈ। ਜਦੋਂ ਪਿਓ ਭਾਈ ਨੂੰ ਵੱਟਾ ਲੈਣਾ ਹੋਵੇ ਤੇ ਘਰ ਜਿਹੜੀ ਛੋਟੀ ਕੁੜੀ ਹੋਵੇ ਉਹਨੂੰ ਵੱਟੇ 'ਚ ਦੇ ਦਿਓ, ਇਹ 'ਚ ਉਹਦੀ ਮਰਜ਼ੀ ਸ਼ਾਮਿਲ ਹੁੰਦੀ ਹੈ। ਜਦੋਂ ਜਾਇਦਾਦ 'ਚ ਤੁਸੀਂ ਉਹਦਾ ਹੱਕ ਮਾਰ ਲੈਂਦੇ ਹੋ, ਇਹਦੇ 'ਚ ਉਹਦੀ ਮਰਜ਼ੀ ਸ਼ਾਮਿਲ ਹੁੰਦੀ ਹੈ। ਜਦੋਂ ਤੁਸੀਂ ਰਾਹ ਚਲਦੀ ਉਹਨੂੰ ਚੂੜੀਆਂ ਵੱਢਦੇ ਹੋ, ਆਵਾਜ਼ਾਂ ਕੱਸਦੇ ਹੋ, ਜਾਂ 4 ਬੰਦੇ ਪੈ ਕੇ ਇਕੱਠਾ ਉਹਨੂੰ ਰੇਪ ਕਰ ਦਿੰਦੇ ਹੋ, ਭਾਵੇਂ ਉਹ 3 ਮਹੀਨੇ ਦੀ ਕੁੜੀ ਹੋਵੇ, 3 ਸਾਲ ਦੀ ਹੋਵੇ, 5 ਸਾਲ ਦੀ ਹੋਵੇ ਜਾਂ 50 ਸਾਲ ਦੀ ਹੋਵੇ, ਇਹ 'ਚ ਵੀ ਉਹਦੀ ਮਰਜ਼ੀ ਸ਼ਾਮਿਲ ਹੁੰਦੀ ਹੈ। ਕਿ ਜ਼ਨਾਨੀ ਦੀ ਆਪਣੀ ਕੋਈ ਮਰਜ਼ੀ ਨਹੀਂ, ਉਹਦਾ ਆਪਣੀ ਜ਼ਿੰਦਗੀ 'ਤੇ ਕੋਈ ਹੱਕ ਨਹੀਂ? ਕਿਆ ਉਹ ਨਹੀਂ ਇਹ ਕਹਿ ਸਕਦੀ ਕਿ ਮੇਰਾ ਜਿਸਮ, ਇਹ ਮੇਰਾ ਪਿੰਡਾ, ਇਹ ਗੋਸ਼ਤ ਦੀ ਦੁਕਾਨ ਨਹੀਂ ਹੈ ਜਿਹਨੂੰ ਤੁਸੀਂ ਆਪਣੀ ਅੱਖਾਂ ਨਾਲ, ਹੱਥਾਂ ਨਾਲ, ਗੱਲਾਂ ਨਾਲ ਨੋਚਦੇ ਰਹੋ ਬੋਟੀਆਂ ਵਾਂਗਰ? ਇਹ ਮੇਰਾ ਪਿੰਡਾ ਹੈ, ਇਹਦੇ 'ਤੇ ਮੇਰੀ ਮਰਜ਼ੀ ਹੈ, ਇਹ ਮੇਰੀ ਜ਼ਿੰਦਗੀ ਹੈ। ਇਹ ਨਾਲ ਕੋਈ ਜਾਂਦਾ ਹੋਵੇ ਨਾ ਭਾਈ, ਉਹਨੂੰ ਹੁੱਜ ਮਾਰ ਕੇ ਦੇਖੋ, ਉਹਨੂੰ ਪਿੱਛੋਂ ਆਵਾਜ਼ ਮਾਰ ਕੇ ਦੇਖੋ, ਉਹਨੂੰ ਗਾਲ ਕੱਢ ਕੇ ਦੇਖੋ, ਉਹਨੂੰ ਕੋਈ ਗੰਦੀ ਗੱਲ ਕਰੋ। ਜੇ ਮੁੜ ਕੇ ਤੁਹਾਡੇ ਕੰਨ ਥੱਲੇ 3 ਚੰਡਾ ਨਾ ਰੱਖੇ, ਘਸੁੰਨ ਮਾਰ ਕੇ ਤੁਹਾਡੇ ਦੰਦ ਤੋੜ ਕੇ ਬਾਹਰ ਨਾ ਕੱਢ ਦੇਵੇ, ਤੇ ਲੱਗ ਪਤਾ ਜਾਣਾ ਤੁਹਾਨੂੰ। ਮਗਰ ਉਸ ਵੇਲੇ ਉਹਦਾ ਇਸ ਲਈ ਕਿ ਉਹ ਕਹੇਗਾ ਮੈਂ ਹੱਥ ਕਿਉਂ ਲਾਇਆ ਮੇਰੇ ਪਿੰਡੇ ਨੂੰ ਤੋਂ? ਮਗਰ ਉਹ ਠੀਕ ਹੈ, ਮਗਰ ਔਰਤ ਇਹੀ ਚੀਜ਼ ਕਵੇ ਤੇ ਉਹ ਗਲਤ ਹੈ। ਸੋਚੋ ਕੁਛ। ਮਗਰ ਸਾਰੇ ਭਾਈ ਗੰਡੋਏ ਵਾਲੇ ਭਾਈ ਨਹੀਂ ਹੁੰਦੇ। ਕੁਝ ਭਾਈ ਬਹੁਤ ਅੱਛੇ ਹੁੰਦੇ ਨੇ, ਬਹੁਤ ਅੱਛੇ ਮਰਦ ਹੁੰਦੇ ਨੇ, ਜਿਹੜੇ ਸਾਡੇ ਪਿਓ ਨੇ, ਭਰਾ ਨੇ, ਪੁੱਤਰ ਨੇ, ਕਸਮ ਨੇ। ਉਹ ਆਪਣੇ ਘਰ ਦੀਆਂ ਔਰ ਬਾਹਰ ਦੀਆਂ ਔਰਤਾਂ ਦੀ ਇੱਜ਼ਤ ਕਰਦੇ ਨੇ, ਹਿਫਾਜ਼ਤ ਕਰਦੇ ਨੇ, ਉਹਨਾਂ ਦੇ ਹੱਕ ਨੂੰ ਅੱਗੇ ਵਧਾਉਂਦੇ ਨੇ। ਮਗਰ ਸਾਡੇ 'ਚੋਂ ਬਹੁਤ ਸੇ ਸਾਡੇ ਪਿਓ, ਭਰਾ, ਭਾਈ, ਕਸਮ, ਉਹ ਵੀ ਨੇ ਜਿਨ੍ਹਾਂ ਨੇ ਆਪਣੇ ਘਰ, ਆਪਣੇ ਹਰ ਰਿਸ਼ਤੇ 'ਚ ਜਿਹੜੀ ਔਰਤ ਮੌਜੂਦ ਹੋਵੇ ਉਹਨੂੰ ਮਾਰ ਕੁੱਟ, ਤਾਨੇ ਮੀਨੇ ਬਚਪਨ ਤੋਂ ਵੇਖਿਆ। ਉਹ ਸ਼ਾਇਦ ਇਸ ਗੱਲ ਨੂੰ ਗਲਤ ਨਹੀਂ ਸਮਝਦੇ। ਮੈਂ ਇਹ ਸਾਰੀਆਂ ਗੱਲਾਂ ਉਹਨਾਂ ਲਈ ਕਰ ਰਹੀ ਹਾਂ ਕਿ ਇਹ ਗਲਤ ਹੈ। ਜੋ ਚੀਜ਼ ਇੱਕ ਮਰਦ ਲਈ ਗਲਤ ਹੈ, ਉਹੀ ਇੱਕ ਔਰਤ ਲਈ ਵੀ ਗਲਤ ਹੈ। ਅਗਰ ਤੁਸੀਂ ਕਹੋ ਜੀ ਆਇਨ ਕਾਨੂੰਨ ਨੂੰ ਮੈਂ ਨਹੀਂ ਮੰਨਦਾ, ਤੇ 5ਵੀਂ ਕਲਾਸ ਦੀ ਇਸਲਾਮੀਆ ਦੀ ਕਿਤਾਬ ਖੋਲ੍ਹ ਲਓ, ਉਹ 'ਚ ਸਾਡੇ ਨਬੀ ਪਾਕ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦਾ ਫਰਮਾਨ, ਉਹਨਾਂ ਦੀ ਜ਼ਿੰਦਗੀ ਦੇ ਬਾਰੇ 'ਚ ਪੜ੍ਹੋ ਕਿ ਉਹ ਆਪਣੀ ਧੀ ਬੀਬੀ ਫਾਤਿਮਾ ਨਾਲ ਕਿੰਨਾ ਪਿਆਰ ਕਰਦੇ ਸਨ। ਜਦੋਂ ਬੀਬੀ ਫਾਤਿਮਾ ਕਮਰੇ 'ਚ ਆਉਂਦੇ ਸਨ ਤੇ ਉੱਠ ਕੇ ਖਲੋ ਜਾਂਦੇ ਸਨ। ਉਹ ਆਪਣੀ ਬੀਬੀਆਂ, ਬੀਬੀ ਆਇਸ਼ਾ, ਬੀਬੀ ਖਤੀਜਾ, ਜੋ ਕਿ ਇੱਕ ਜਨਾਬ ਤਜਾਰਤ ਕਰਦੇ ਸਨ ਖਾਤੂਨ, ਉਹਨਾਂ ਦਾ ਕਿੰਨਾ ਸਾਥ ਦਿੰਦੇ ਸਨ, ਉਹਨਾਂ ਦੀ ਕਿੰਨੀ ਇੱਜ਼ਤ ਕਰਦੇ ਸਨ। ਸਾਡੇ ਨਬੀ ਪਾਕ ਦੀ ਆਲ, ਉਹਨਾਂ ਦੀ ਬੇਟੀ, ਪਿਆਰੀ ਬੇਟੀ ਬੀਬੀ ਫਾਤਿਮਾ ਦੇ ਨਾਂ 'ਤੇ ਚੱਲਦੀ ਹੈ। ਤੇ ਸਾਡਾ ਤੇ ਮਜ਼ਹਬ ਔਰ ਕਾਨੂੰਨ ਵੀ ਸਾਨੂੰ ਇਹੀ ਦੱਸਦਾ ਹੈ ਕਿ ਔਰਤ ਦੀ ਇੱਜ਼ਤ ਕਿੰਨੀ ਜ਼ਰੂਰੀ ਹੈ। ਸਾਡੇ ਮਜ਼ਹਬ ਨੇ ਹੱਕ ਦਿੱਤਾ ਹੈ, ਉਹ ਹੱਕ ਦੇਣਾ ਹੀ ਦੇਣਾ ਹੈ। ਅੱਜ ਔਰਤਾਂ ਦੇ ਜਗਤ ਦਿਹਾੜ 'ਤੇ ਮੈਂ ਹੱਥ ਚੁੱਕ ਕੇ ਵਾਅਦਾ ਕਰਨੀ ਹੈ ਕਿ ਮੈਂ ਔਰਤਾਂ ਦੇ ਨਾਲ ਹੋਣ ਵਾਲੀ ਹਰ ਵਾਹਿਯਾਤੀ, ਹਰ ਬਗੈਰਤੀ, ਹਰ ਜ਼ਿਆਦਤੀ 'ਤੇ ਆਵਾਜ਼ ਚੁੱਕਦੀ ਰਹਾਂਗੀ। ਤੇ ਤੁਸੀਂ